Attention Outlook। ਪਰਮਾਤਮਾ ਬਹੁਤ ਹੀ ਗੁਣਵਾਨ ਹੈ। ਪਰਮਾਤਮਾ ਦੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ, ਪਰ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਤਾਂ ਕਰ ਸਕਦੇ ਹਾਂ। ਪਰਮਾਤਮਾ ਦੇ ਗੁਣਾਂ ਦੇ ਗਾਹਕ ਤਾਂ ਬਣ ਸਕਦੇ ਹਾਂ। ਇਹ ਗੱਲ ਗੁਰੂ ਅਮਰਦਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 361ਵੇਂ ਅੰਗ 'ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਕਰਦੇ ਹਨ ਕਿ ਕਿਵੇਂ ਅਸੀਂ ਪਰਮਾਤਮਾ ਦੇ ਗੁਣਾਂ ਦੇ ਗਾਹਕ ਬਣ ਸਕਦੇ ਹਾਂ। ਹਰ ਕੀ ਕੀਮਤ ਕਿਨ ਵਿਧ ਹੋਏ, ਕਿਹੜੀ ਵਿਧੀ ਦੇ ਨਾਲ ਪ੍ਰਭੂ ਦੇ ਗੁਣਾਂ ਦੀ ਕੀਮਤ ਪਾਈ ਜਾ ਸਕਦੀ ਹੈ। ਇਸ ਸਵਾਲ ਦਾ ਉੱਤਰ ਸਾਨੂੰ ਦੂਸਰੇ ਸ਼ਬਦ ਦੇ ਵਿੱਚੋਂ ਮਿਲ ਜਾਏਗਾ। ਤੇ ਤੀਸਰੇ ਅਤੇ ਆਖਰੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਸਾਡੇ ਅੰਦਰ ਹੀ ਵਸਦਾ ਹੋਇਆ ਪਰਮਾਤਮਾ ਕਿਵੇਂ ਸਾਡੇ ਤੋਂ ਦੂਰ ਹੋਇਆ ਰਹਿੰਦਾ ਹੈ ਤੇ ਕਿਵੇਂ ਅਸੀਂ ਉਹਨੂੰ ਲੱਭਣਾ ਹੈ ਆਪਣੇ ਅੰਦਰੋਂ, ਕਿਵੇਂ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਨਾ ਹੈ। ਤੇ ਅੱਜ ਦੀ ਬਾਣੀ ਦੇ ਵਿੱਚ ਗੁਰੂ ਤੇ ਪਰਮਾਤਮਾ ਦੀ ਇੱਕ ਬੜੀ ਹੀ ਖੂਬਸੂਰਤ ਜੁਗਲਬੰਦੀ ਗੁਰੂ ਅਮਰਦਾਸ ਸਾਹਿਬ ਨੇ ਪੇਸ਼ ਕੀਤੀ ਹੈ। ਸੋ ਆਓ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 361ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਤੀਜਾ। ਸ਼ਬਦ ਮੁਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਸ਼ਬਦ ਮੁਆ ਭਾਵ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਮਾਇਆ ਦੇ ਵੱਲੋਂ ਮਰ ਗਿਆ, ਨਿਰਲੇਪ ਹੋ ਗਿਆ, ਵਿੱਚੋਂ ਆਪ ਗਵਾਏ, ਉਹ ਆਪਣੇ ਅੰਦਰੋਂ ਆਪਣਾ ਆਪਾ ਭਾਵ ਵੀ ਦੂਰ ਕਰ ਲੈਂਦਾ ਹੈ, ਆਪਣੀ ਹਉਮੈ ਵੀ ਮੁਕਾ ਲੈਂਦਾ ਹੈ। ਸਤਿਗੁਰ ਸੇਵੇ ਤਿਲ ਨਾ ਤਮਾਈ। ਜਿਹੜਾ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਉਹਦੇ ਵਿੱਚ ਰੱਤਾ ਭਰ ਵੀ ਮਾਇਆ ਦਾ ਲਾਲਚ ਨਹੀਂ ਰਹਿ ਜਾਂਦਾ। ਤਮਾਏ ਤੋਂ ਭਾਵ ਲਾਲਚ, ਤਮਾ, ਤਿਲ ਜਾਣੀ ਰੱਤੀ ਭਰ ਵੀ ਨਹੀਂ। ਸਤਿਗੁਰ ਸੇਵੇ ਤਿਲ ਨਾ ਤਮਾਈ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਈ। ਜੋ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੋਇਆ ਹੈ, ਉਸ ਮਨੁੱਖ ਦੇ ਮਨ ਵਿੱਚ ਉਹ ਦਾਤਾਰ ਸਦਾ ਵਸਿਆ ਰਹਿੰਦਾ ਹੈ, ਜੋ ਕਿ ਨਿਰਭਉ ਹੈ, ਜਿਹਨੂੰ ਕਿਸੇ ਦਾ ਵੀ ਡਰ ਨਹੀਂ ਹੈ। ਪਰ ਕੋਈ ਵਿਰਲਾ ਮਨੁੱਖ ਚੰਗੀ ਕਿਸਮਤ ਦੇ ਨਾਲ ਹੀ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪ੍ਰਾਪਤ ਕਰਦਾ ਹੈ। ਸੱਚੀ ਬਾਣੀ ਪਾਏ ਭਾਗ ਕੋਈ। ਗੁਣ ਸੰਗ੍ਰਹਿ ਵਿੱਚੋਂ ਔਗਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹੇ ਰਹਾਉ। ਇਹ ਭਾਈ ਆਪਣੇ ਅੰਦਰ ਪ੍ਰਮਾਤਮਾ ਦੇ ਗੁਣ ਇਕੱਠੇ ਕਰੋ, ਪ੍ਰਮਾਤਮਾ ਦੀ ਸਿਫਤ ਸਲਾਹ ਕਰੋ। ਸਿਫਤ ਸਲਾਹ ਦੀ ਬਰਕਤ ਦੇ ਨਾਲ ਤੁਹਾਡੇ ਮਨ ਦੇ ਵਿੱਚੋਂ ਔਗਣ ਯਾਨੀ ਵਿਕਾਰ ਚਲੇ ਜਾਣਗੇ, ਖਤਮ ਹੋ ਜਾਣਗੇ। ਗੁਣ ਸੰਗ੍ਰਹਿ ਵਿੱਚੋਂ ਔਗਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹੇ। ਪੂਰੇ ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ ਤਾਂ ਅਸੀਂ ਉਸ ਪ੍ਰਭੂ ਦੇ ਵਿੱਚ ਸਮਾਏ ਰਹਿੰਦੇ ਹਾਂ। ਪੂਰੇ ਗੁਰ ਕੈ ਸ਼ਬਦ ਸਮਾਹੇ। ਸਮਾਹੇ ਸ਼ਬਦ ਤੋਂ ਭਾਵ ਪ੍ਰਮਾਤਮਾ ਦੇ ਵਿੱਚ ਸਮਾਏ ਰਹਿਣਾ ਹੈ ਕਿ ਜਿਹੜਾ ਮਨੁੱਖ ਪੂਰੇ ਗੁਰੂ ਦੇ ਸ਼ਬਦਾਂ ਦੇ ਵਿੱਚ ਆਪਣੀ ਵਿਰਤੀ ਲਾ ਲਵੇ, ਉਹ ਪ੍ਰਭੂ ਦੇ ਵਿੱਚ ਵੀ ਸਮਾਇਆ ਰਹਿੰਦਾ ਹੈ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਵਖਾਣੈ। ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ ਵਿਹਾਜਦਾ ਹੈ, ਉਸ ਸਿਫਤ ਸਲਾਹ ਦੀ ਕਦਰ ਉਹੀ ਸਮਝਦਾ ਹੈ ਜੋ ਕਦੇ ਗੁਰੂ ਦੇ ਨੇੜੇ ਗਿਆ ਹੀ ਨਹੀਂ, ਪ੍ਰਭੂ ਦੀ ਸਿਫਤ ਸਲਾਹ ਦੇ ਬਾਰੇ ਜਿਸਨੇ ਕਦੇ ਸੋਚਿਆ ਹੀ ਨਹੀਂ। ਉਹ ਉਸ ਸਿਫਤ ਸਲਾਹ ਦੀ ਕਦਰ ਕੀ ਜਾਣੇਗਾ ਜਿਨੇ ਇੱਕ ਵਾਰ ਸੋਚ ਲਿਆ ਪ੍ਰਭੂ ਦੀ ਸਿਫਤ ਸਲਾਹ ਦੇ ਬਾਰੇ 'ਚ, ਪ੍ਰਭੂ ਦੀ ਵਿਸ਼ਾਲਤਾ ਦੇ ਬਾਰੇ 'ਚ। ਉਹ ਆਪਣੇ ਆਪ ਹੀ ਉਸ ਪ੍ਰਮਾਤਮਾ ਤੋਂ ਮੋਹਿਤ ਹੋ ਜਾਂਦਾ ਹੈ, ਪ੍ਰਮਾਤਮਾ ਦੇ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਦਾ ਹੈ, ਉਹਨਾਂ ਗੁਣਾਂ ਨੂੰ ਆਪਣੇ ਅੰਦਰ ਲਿਆਉਣ ਦੀ ਵੀ ਕੋਸ਼ਿਸ਼ ਕਰਦਾ ਹੈ, ਦੂਜਿਆਂ ਦੇ ਨਾਲ ਪ੍ਰਮਾਤਮਾ ਦੇ ਗੁਣਾਂ ਦੀ ਗੱਲਬਾਤ ਕਰਦਾ ਹੈ। ਇਹੀ ਹੈ ਪ੍ਰਮਾਤਮਾ ਦੇ ਗੁਣਾਂ ਦਾ ਸੌਦਾ ਵਿਹਾਜਣਾ। ਜਦੋਂ ਅਸੀਂ ਆਪਣੇ ਆਪ ਨੂੰ ਜਿੰਨਾ ਵੀ ਹੋ ਸਕੇ ਪ੍ਰਭੂ ਦੇ ਗੁਣਾਂ ਦੇ ਨਾਲ ਜੋੜੀ ਰੱਖੀਏ, ਬੇਸ਼ੱਕ ਆਪਣੇ ਅੰਦਰ ਹੀ ਉਹਨਾਂ ਬਾਰੇ ਸੋਚ ਕੇ, ਬੇਸ਼ੱਕ ਦੂਜਿਆਂ ਦੇ ਨਾਲ ਉਹਨਾਂ ਗੁਣਾਂ ਦੀ ਗੱਲ ਕਰਕੇ, ਗੁਰੂ ਦੀ ਬਾਣੀ ਪੜ੍ਹ ਕੇ, ਬਾਣੀ ਹੋਰਨਾਂ ਨੂੰ ਸੁਣਾ ਕੇ, ਇਹ ਸਾਰੇ ਵੱਖ-ਵੱਖ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਪ੍ਰਭੂ ਦੇ ਗੁਣਾਂ ਦਾ ਸੌਦਾ ਵਿਹਾਜਦੇ ਹਾਂ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ। ਸੋ ਜਿਹੜਾ ਵੀ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ ਵਿਹਾਜਦਾ ਹੈ,
ਉਸ ਸਿਫਤ ਸਲਾਹ ਦੀ ਕਦਰ ਵੀ ਉਹੀ ਜਾਣਦਾ ਹੈ। ਅੰਮ੍ਰਿਤ ਸ਼ਬਦ ਨਾਮ ਵਖਾਣਾ, ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਗੁਰ ਸ਼ਬਦ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਸਾਚੀ ਬਾਣੀ ਸੁੱਚਾ ਹੋਏ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਉਹਦਾ ਜੀਵਨ ਵੀ ਸੁੱਚਾ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਗੁਣ ਤੇ ਨਾਮ ਪ੍ਰਾਪਤ ਹੋਏ, ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦੇ ਨਾਲ ਜੁੜ ਜਾਈਏ, ਗੁਣਾਂ ਦਾ ਸੌਦਾ ਵਿਹਾਜਣ ਲੱਗੀਏ ਤਾਂ ਪ੍ਰਭੂ ਦਾ ਨਾਮ ਵੀ ਪ੍ਰਾਪਤ ਕਰ ਲੈਂਦੇ ਹਾਂ। ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚਾ ਸ਼ਬਦ ਸਮਾਹੇ। ਗੁਣ ਅਮੋਲਕ ਪਾਏ ਨਾ ਜਾਹੇ, ਇਹ ਤੋਂ ਇਹ ਭਾਵ ਨਹੀਂ ਹੈ ਕਿ ਪ੍ਰਮਾਤਮਾ ਦੇ ਗੁਣ ਅਸੀਂ ਗ੍ਰਹਿਣ ਨਹੀਂ ਕਰ ਸਕਦੇ, ਬਲਕਿ ਇਹ ਹੈ ਕਿ ਪ੍ਰਭੂ ਦੇ ਗੁਣ ਅਮੋਲਕ ਹਨ, ਅਣਮੁੱਲੇ ਹਨ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚਾ ਸ਼ਬਦ ਸਮਾਹੇ। ਇਹ ਗੁਣ ਕਿਸੇ ਮੁੱਲ ਨਹੀਂ ਖਰੀਦੇ ਜਾ ਸਕਦੇ। ਹਾਂ, ਜੇ ਅਸੀਂ ਪ੍ਰਭੂ ਦੀ ਸਿਫਤ ਸਲਾਹ ਦੇ ਰਾਹੀਂ, ਗੁਰੂ ਦੇ ਸ਼ਬਦਾਂ ਦੇ ਰਾਹੀਂ ਆਪਣੇ ਮਨ ਨੂੰ ਪਵਿੱਤਰ ਕਰ ਲਈਏ ਤਾਂ ਇਹ ਗੁਣ ਸਾਡੇ ਮਨ ਵਿੱਚ ਵਸ ਵੀ ਜਾਂਦੇ ਨੇ। ਮਨ ਨਿਰਮਲ ਸਾਚਾ ਸ਼ਬਦ ਸਮਾਹੇ, ਸੇ ਵਡਭਾਗੀ ਜਿਨ ਨਾਮ ਧਿਆਇਆ, ਸਦਾ ਗੁਣਦਾਤਾ ਮਨ ਵਸਾਇਆ। ਉਹ ਮਨੁੱਖ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਿਨ੍ਹਾਂ ਨੇ ਗੁਣਾਂ ਦੀ ਦਾਤ ਦੇਣ ਵਾਲਾ ਉਹ ਪ੍ਰਮਾਤਮਾ ਆਪਣੇ ਮਨ ਦੇ ਵਿੱਚ ਵਸਾਇਆ ਹੈ। ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰੈ ਜਾਓ, ਦਰ ਸਾਚੈ ਸਾਚੇ ਗੁਣ ਗਾਓ। ਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਇਕੱਠਿਆਂ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੀ ਸੰਗਤ ਦੀ ਬਰਕਤ ਦੇ ਨਾਲ ਹੀ ਮੈਂ ਸਦਾ ਥਿਰ ਪ੍ਰਭੂ ਦੇ ਦਰ 'ਤੇ ਟਿਕ ਕੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਉਂਦਾ ਹਾਂ। ਦਰ ਸਾਚੈ ਸਾਚੇ ਗੁਣ ਗਾਓ। ਉਹਦਾ ਦਰ ਵੀ ਸੱਚਾ ਹੈ, ਉਹ ਆਪ ਵੀ ਸੱਚਾ ਹੈ। ਆਪੇ ਦੇਵੈ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ। ਹੇ ਨਾਨਕ, ਗੁਣਾਂ ਦੀ ਦਾਤ ਜਿਸ ਮਨੁੱਖ ਨੂੰ ਵੀ ਦਿੰਦਾ ਹੈ, ਉਹ ਪ੍ਰਮਾਤਮਾ ਆਪ ਹੀ ਦਿੰਦਾ ਹੈ, ਤੇ ਫਿਰ ਉਹ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ, ਪ੍ਰਭੂ ਦੇ ਪ੍ਰੇਮ ਦੇ ਵਿੱਚ ਟਿਕ ਜਾਂਦਾ ਹੈ। ਉਹਦਾ ਜੀਵਨ ਆਚਰਣ ਇੰਨਾ ਉੱਚਾ ਹੋ ਜਾਂਦਾ ਹੈ ਕਿ ਉਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਨਾਨਕ ਕੀਮਤ ਕਹਿਣ ਨਾ ਜਾਏ। ਆਸਾ ਮਹਿਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਸ਼ੁੰਨੇ ਮੇਲ ਮਿਲਾਈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਦੇ ਵਿੱਚ ਇੱਕ ਵੱਡਾ ਭਾਰਾ ਗੁਣ ਹੈ। ਉਹ ਕਿਹੜਾ? ਕਿ ਅਨੇਕਾਂ ਹੀ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਜੀਵਾਂ ਨੂੰ ਸਤਿਗੁਰੂ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਲੇਕਿਨ ਅੱਗੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ, ਉਹ ਕੀ? ਕਿ ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਜੋ ਪੂਰੀ ਪ੍ਰਕਿਰਿਆ ਹੈ ਉਹ ਇਹ ਕਿ ਇੱਕ ਜੀਵ ਜਨਮਾਂ ਜਨਮਾਂਤਰਾਂ ਤੋਂ ਪ੍ਰਭੂ ਦੇ ਨਾਲੋਂ ਵਿਛੜਿਆ ਹੋਇਆ ਹੈ, ਪ੍ਰਭੂ ਹੀ ਉਸ ਜੀਵ ਨੂੰ ਗੁਰੂ ਦੇ ਨਾਲ ਮਿਲਾਉਂਦਾ ਹੈ। ਆਪੇ ਮੇਲੇ, ਗੁਰੂ ਦਾ ਉਸ ਜੀਵ ਦੇ ਨਾਲ ਮਿਲਾਪ ਪਰਮਾਤਮਾ ਆਪ ਕਰਵਾਉਂਦਾ ਹੈ। ਮੇਲ ਮਿਲਾਏ, ਤੇ ਫਿਰ ਗੁਰੂ ਦੇ ਰਾਹੀਂ ਉਹ ਜੀਵ ਪ੍ਰਭੂ ਦੇ ਨਾਲ ਜੁੜਦਾ ਹੈ। ਪਰਮਾਤਮਾ ਨੇ ਗੁਰੂ ਨੂੰ ਜੀਵ ਤੇ ਆਪਣੇ ਵਿਚਕਾਰ ਆਪ ਹੀ ਰੱਖਿਆ ਹੋਇਆ ਹੈ। ਜੋ ਵਿਛੜਿਆ ਹੋਇਆ ਜੀਵ ਹੈ, ਪ੍ਰਭੂ ਪਹਿਲਾਂ ਉਹਨੂੰ ਗੁਰੂ ਮਿਲਾਉਂਦਾ ਹੈ ਤੇ ਗੁਰੂ ਫਿਰ ਉਹਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਤੇ ਜਦੋਂ ਜੀਵ ਪਰਮਾਤਮਾ ਦੇ ਨਾਲ ਮਿਲ ਗਿਆ, ਜਦੋਂ ਉਹਦੀ ਸਾਂਝ ਪਰਮਾਤਮਾ ਦੇ ਨਾਲ ਬਣ ਗਈ, ਉਹਦੇ ਅੰਦਰ ਪ੍ਰਭੂ ਦੀ ਕੀਮਤ ਪੈ ਜਾਂਦੀ ਹੈ। ਪ੍ਰਭੂ ਦੇ ਗੁਣਾਂ ਨੂੰ ਉਹ ਸਮਝਣ ਲੱਗਦਾ ਹੈ, ਪ੍ਰਭੂ ਦੀ ਵਡਮੁੱਲਤਾ ਨੂੰ ਉਹ ਜਾਣਨ ਲੱਗਦਾ ਹੈ। ਪਰ ਇਹ ਸਭ ਕਾਸੇ ਦੀ ਸ਼ੁਰੂਆਤ ਕਿੱਥੋਂ ਹੋਈ? ਪ੍ਰਭੂ ਨੇ ਖੁਦ ਉਸ ਜੀਵ ਨੂੰ ਗੁਰੂ ਦੇ ਨਾਲ ਮਿਲਾਇਆ, ਉੱਥੋਂ ਸ਼ੁਰੂਆਤ ਹੋਈ। ਸੋ ਇਸ ਕਰਕੇ ਜੀਵ ਦੇ ਹਿਰਦੇ ਦੇ ਵਿੱਚ ਆਪਣੀ ਕੀਮਤ ਉਸ ਪਰਮਾਤਮਾ ਨੇ ਆਪ ਹੀ ਪਾਈ, ਆਪਣੀ ਕੀਮਤ ਆਪੇ ਪਾਈ। ਹਰ ਕੀ ਕੀਮਤ ਕਿਨ ਵਿਧ ਹੋਏ। ਕਹਿੰਦੇ, ਹੇ ਭਾਈ, ਕਿਸ ਤਰੀਕੇ ਨਾਲ ਮਨੁੱਖ ਦੇ ਮਨ ਵਿੱਚ
ਪਰਮਾਤਮਾ ਦੇ ਨਾਮ ਦੀ ਕਦਰ ਪੈਦਾ ਹੋਵੇ। ਤੇ ਇੱਕ ਤਰੀਕਾ ਗੁਰੂ ਸਾਹਿਬ ਨੇ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਹੈ ਕਿ ਪ੍ਰਭੂ ਆਪ ਹੀ ਜੀਵ ਨੂੰ ਗੁਰੂ ਦੇ ਨਾਲ ਮਿਲਾਉਂਦਾ ਹੈ ਤੇ ਗੁਰੂ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਇਸ ਪ੍ਰਕਾਰ ਜੀਵ ਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਕੀਮਤ ਪੈ ਜਾਂਦੀ ਹੈ। ਦੂਜੀ ਗੱਲ, ਹਰ ਅਪਰੰਪਰ ਅਗਮ ਅਗੋਚਰ ਗੁਰ ਕਾ ਸ਼ਬਦ ਮਿਲੈ ਜਨ ਕੋਏ ਰਹਾਓ। ਪਰਮਾਤਮਾ ਪਰੇ ਤੋਂ ਪਰੇ ਹੈ, ਅਪਰੰਪਰ ਹੈ, ਅਗੰਮ ਅਗੋਚਰ ਹੈ, ਅਪਹੁੰਚ ਹੈ। ਪ੍ਰਭੂ ਦੇ ਤੱਕ ਅਸੀਂ ਆਪਣੇ ਗਿਆਨ ਇੰਦਰੀਆਂ ਦੇ ਰਾਹੀਂ ਨਹੀਂ ਪਹੁੰਚ ਸਕਦੇ। ਭਾਵ ਕਿ ਪ੍ਰਭੂ ਕੋਈ ਅਜਿਹੀ ਸ਼ਕਤੀ ਜਾਂ ਅਜਿਹੀ ਸ਼ੈ ਨਹੀਂ ਜਿਹਨੂੰ ਅਸੀਂ ਆਪਣੇ ਹੱਥਾਂ ਦੇ ਨਾਲ ਛੋਹ ਸਕੀਏ, ਆਪਣੀਆਂ ਅੱਖਾਂ ਦੇ ਨਾਲ ਵੇਖ ਸਕੀਏ, ਆਪਣੇ ਨੱਕ ਦੇ ਨਾਲ ਸੁੰਘ ਸਕੀਏ, ਆਪਣੇ ਮੂੰਹ ਦੇ ਨਾਲ ਚੱਖ ਸਕੀਏ ਜਾਂ ਆਪਣੇ ਕੰਨਾਂ ਦੇ ਨਾਲ ਸੁਣ ਸਕੀਏ। ਇਹ ਸਾਡੇ ਗਿਆਨ ਇੰਦਰੀ ਨੇ, ਇਹਨਾਂ ਦੇ ਰਾਹੀਂ ਅਸੀਂ ਪ੍ਰਭੂ ਤੱਕ ਨਹੀਂ ਪਹੁੰਚ ਸਕਦੇ। ਜੋ ਸਾਡਾ ਦਸਮ ਦੁਆਰ, ਸਾਡਾ ਦਿਮਾਗ, ਸਾਡਾ ਮਨ ਹੈ, ਇਸ ਮਨ ਦੇ ਰਾਹੀਂ ਅਸੀਂ ਪ੍ਰਭੂ ਤੱਕ ਪਹੁੰਚ ਸਕਦੇ ਹਾਂ। ਉਹਦੇ ਲਈ ਕੀ ਚਾਹੀਦਾ ਹੈ? ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਸ਼ਬਦ। ਗੁਰ ਕਾ ਸ਼ਬਦ ਮਿਲੈ ਜਨ ਕੋਏ। ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਤੇ ਪ੍ਰਭੂ ਦੇ ਗੁਣਾਂ ਦੀ ਕਦਰ ਉਹਦੇ ਅੰਦਰ ਸਮਾ ਜਾਂਦੀ ਹੈ। ਰਹਾਓ। ਗੁਰਮੁਖ ਕੀਮਤ ਜਾਣੈ ਕੋਏ, ਵਿਰਲੇ ਕਰਮ ਪ੍ਰਾਪਤ ਹੋਏ। ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ। ਦੇਖੋ, ਉਹੀ ਗੱਲ ਵਾਰ-ਵਾਰ ਆ ਰਹੀ ਹੈ ਕਿ ਪ੍ਰਮਾਤਮਾ ਦੇ ਗੁਣਾਂ ਦੀ ਕਦਰ ਅਸੀਂ ਜੇ ਸਮਝਣੀ ਹੈ ਤਾਂ ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦਾਂ ਦੇ ਰਾਹੀਂ ਸਮਝਣੀ ਹੈ। ਤੇ ਇੱਕ ਗੱਲ ਗੁਰੂ ਸਾਹਿਬ ਨੇ ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਕਲੀਅਰ ਕਰ ਦਿੱਤੀ, ਸਪਸ਼ਟ ਕਰ ਦਿੱਤੀ ਕਿ ਗੁਰੂ ਦੇ ਨਾਲ ਅਸੀਂ ਤਾਂ ਹੀ ਮਿਲਾਂਗੇ ਜੇ ਪ੍ਰਭੂ ਦੀ ਸਾਡੇ ਤੇ ਮਿਹਰ ਹੋਏਗੀ। ਜੇ ਪ੍ਰਭੂ ਚਾਹੇਗਾ ਕਿ ਅਸੀਂ ਗੁਰੂ ਨੂੰ ਮਿਲੀਏ ਤਾਂ ਹੀ ਅਸੀਂ ਗੁਰੂ ਨੂੰ ਮਿਲਾਂਗੇ। ਗੁਰਮੁਖ ਕੀਮਤ ਜਾਣੈ ਕੋਏ, ਵਿਰਲੇ ਕਰਮ ਪ੍ਰਾਪਤ ਹੋਏ। ਕਿਸੇ ਵਿਰਲੇ ਮਨੁੱਖ ਨੂੰ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਉੱਚੀ ਬਾਣੀ ਉੱਚਾ ਹੋਏ। ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸਭ ਤੋਂ ਉੱਤਮ ਹੈ, ਉੱਚੀ ਹੈ। ਇਹਦੇ ਤੋਂ ਉੱਤਮ ਕੁਝ ਹੋ ਨਹੀਂ ਸਕਦਾ। ਤੇ ਜਦੋਂ ਅਸੀਂ ਉਸ ਬਾਣੀ ਦੇ ਨਾਲ ਜੁੜ ਜਾਈਏ ਤਾਂ ਸਾਡਾ ਜੀਵਨ ਆਚਰਣ ਵੀ ਉੱਚਾ ਹੋ ਜਾਂਦਾ ਹੈ। ਅਸੀਂ ਵੀ ਉੱਚੇ ਜੀਵਨ ਵਾਲੇ ਬਣ ਜਾਂਦੇ ਹਾਂ। ਗੁਰਮੁਖ ਸ਼ਬਦ ਵਖਾਣੈ ਕੋਈ। ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਪ੍ਰਮਾਤਮਾ ਦੇ ਗੁਣਾਂ ਦਾ ਵਖਿਆਨ ਕਰਦਾ ਹੈ। ਵਿਣ ਨਾਵੈ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਪੀਰ ਤੋਂ ਭਾਵ ਹੈ ਪੀੜ। ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦੇ ਸਰੀਰ ਵਿੱਚ ਵਿਕਾਰਾਂ ਦਾ ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ। ਦੁੱਖ ਦਰਦ ਸਰੀਰ। ਸਤਿਗੁਰ ਭੇਟੇ, ਜਦੋਂ ਮਨੁੱਖ ਗੁਰੂ ਨੂੰ ਮਿਲਦਾ ਹੈ ਤਾਂ ਉਤਰੈ ਪੀਰ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ। ਬਿਨ ਗੁਰ ਭੇਟੇ ਦੁੱਖ ਕਮਾਈ। ਜਦ ਤੱਕ ਮਨੁੱਖ ਗੁਰੂ ਦੇ ਲੜ ਨਹੀਂ ਲੱਗਿਆ, ਗੁਰੂ ਨੂੰ ਨਹੀਂ ਮਿਲਿਆ, ਉਦੋਂ ਤੱਕ ਉਹ ਆਪਣੇ ਜੀਵਨ ਦੇ ਵਿੱਚ ਜੋ ਵੀ ਕਰਦਾ ਹੈ ਉਹਦੇ ਤੋਂ ਉਹ ਦੁੱਖ ਹੀ ਕਮਾਉਂਦਾ ਹੈ। ਜੇ ਅਸੀਂ ਆਪਣੇ ਆਸ-ਪਾਸ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਝਾਤੀ ਮਾਰ ਕੇ ਵੇਖੀਏ, ਸਾਨੂੰ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਨ੍ਹਾਂ ਨੂੰ ਸਰੀਰਕ ਤੌਰ ਤੇ ਆਪਣੀ ਦੁਨੀਆ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਅਮੀਰੀਆਂ ਨੇ, ਜ਼ਮੀਨਾਂ ਜਾਇਦਾਦਾਂ ਨੇ, ਚੰਗੇ ਕਾਰੋਬਾਰ ਚੱਲਦੇ ਨੇ, ਬੜਾ ਪੈਸਾ ਹੈ, ਪਰਿਵਾਰ ਵੀ ਹੈ, ਖੁਸ਼ਹਾਲ ਨੇ, ਪਰ ਅੰਦਰੇ ਅੰਦਰ ਫਿਰ ਵੀ ਉਹ ਲੋਕ ਦੁਖੀ ਨੇ, ਚਿੰਤਾਵਾਂ ਦੇ ਵਿੱਚ ਘਿਰੇ ਹੋਏ ਨੇ। ਕਿਉਂ? ਕਿਉਂਕਿ ਗੁਰੂ ਤੋਂ ਦੂਰ ਨੇ। ਆਪਦੇ ਜਾਣੇ ਉਹ ਦੁਨੀਆ ਦੇ ਵਿੱਚ ਬੜੀ ਧਨ ਦੌਲਤ ਕਮਾ ਰਹੇ ਨੇ, ਪਰ ਉਸ ਧਨ ਦੌਲਤ ਦੇ ਨਾਲ ਹੀ ਦੁੱਖ ਵੀ ਕਮਾ ਰਹੇ ਨੇ, ਕਿਉਂਕਿ ਗੁਰੂ ਤੋਂ ਦੂਰ ਨੇ। ਬਿਨ ਗੁਰ ਭੇਟੇ ਦੁੱਖ ਕਮਾਈ। ਜਦ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗੇ ਹੋਏ, ਅਸੀਂ ਜੀਵਨ ਦੇ ਵਿੱਚ ਜੋ ਵੀ ਕਰ ਲਈਏ ਉਹਦੇ ਨਾਲ ਨਾਲ ਦੁੱਖ ਜ਼ਰੂਰ ਕਮਾਵਾਂਗੇ। ਮਨਮੁਖ ਬਹੁਤੀ ਮਿਲੈ ਸਜਾਏ। ਜੋ ਮਨਮੁਖ ਹੈ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਬਹੁਤੀਆਂ ਸਜ਼ਾਵਾਂ ਹੀ ਮਿਲਦੀਆਂ ਨੇ। ਦੂਸਰੇ ਕਿਸੇ ਮਨੁੱਖ ਨੂੰ ਉਹਨੂੰ ਮਿਲਣ ਵਾਲੀਆਂ ਸਜ਼ਾਵਾਂ ਦਿਸਣ ਬੇਸ਼ੱਕ ਨਾ ਦਿਸਣ,
ਉਹ ਵੱਖਰੀ ਗੱਲ ਹੈ, ਪਰ ਉਹਦੇ ਆਪਣੇ ਅੰਦਰ ਉਹਨੂੰ ਜ਼ਰੂਰ ਪਤਾ ਚੱਲਦਾ ਹੈ ਕਿ ਉਹ ਸਜ਼ਾਵਾਂ ਦੇ ਵਿੱਚ ਘਿਰਿਆ ਹੋਇਆ ਹੈ, ਚਿੰਤਾਵਾਂ ਦੇ ਵਿੱਚ ਘਿਰਿਆ ਹੋਇਆ ਹੈ। ਆਤਮਿਕ ਸ਼ਾਂਤੀ, ਅਡੋਲਤਾ ਗੁਰੂ ਦੇ ਰਾਹੀਂ ਹੀ ਮਿਲਦੀ ਹੈ, ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਹਰ ਕਾ ਨਾਮ ਮੀਠਾ ਅਤ ਰਸ ਹੋਏ। ਪਰਮਾਤਮਾ ਦਾ ਨਾਮ ਇੱਕ ਐਸਾ ਅੰਮ੍ਰਿਤ ਹੈ ਜੋ ਮਿੱਠਾ ਵੀ ਹੈ ਤੇ ਅਤਿਅੰਤ ਰਸ ਵਾਲਾ ਹੈ। ਪੀਵਤ ਰਹੈ ਪਿਆਲੇ ਸੋਈ। ਪਰ ਇਹ ਰਸ ਉਹੀ ਮਨੁੱਖ ਪੀਂਦਾ ਹੈ ਜਿਹਨੂੰ ਉਹ ਪਰਮਾਤਮਾ ਆਪ ਇਹ ਰਸ ਪਿਲਾਂਦਾ ਹੈ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਹੇ ਨਾਨਕ, ਗੁਰੂ ਦੀ ਕਿਰਪਾ ਦੇ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ ਜਲ ਦਾ ਆਨੰਦ ਮਾਣਦਾ ਹੈ। ਨਾਮ ਰੰਗ ਦੇ ਵਿੱਚ ਰੰਗੀਚ ਕੇ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਪਰਮਾਤਮਾ ਤੇ ਗੁਰੂ ਦੀ ਜੁਗਲਬੰਦੀ ਦਿਖਾਈ ਹੈ। ਇੰਜ ਲੱਗਦਾ ਹੈ ਕਿ ਗੁਰੂ ਤੇ ਪਰਮਾਤਮਾ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ। ਇਹਨਾਂ ਨੂੰ ਅਸੀਂ ਇੱਕ ਦੂਸਰੇ ਤੋਂ ਵੱਖ ਕਰਕੇ ਵੇਖ ਹੀ ਨਹੀਂ ਸਕਦੇ। ਤੇ ਜਿੱਥੋਂ ਤੱਕ ਗੱਲ ਹੈ ਮਨੁੱਖ ਦੀ, ਤਾਂ ਪਰਮਾਤਮਾ ਮਨੁੱਖ ਨੂੰ ਗੁਰੂ ਨਾਲ ਮਿਲਾਂਦਾ ਹੈ ਤੇ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਨਾਲ ਮਿਲਾਂਦਾ ਹੈ। ਆਸਾ ਮਹਿਲਾ ਤੀਜਾ, ਮੇਰਾ ਪ੍ਰਭ ਸਾਚਾ, ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ। ਗੁਰੂ ਜੀ ਕਹਿੰਦੇ, ਹੇ ਭਾਈ, ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ। ਉਹਦਾ ਸਿਮਰਨ ਕੀਤਿਆਂ ਹੀ ਸਰੀਰ ਨੂੰ ਸੁੱਖ ਮਿਲਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਸ਼ਬਦ ਤਰੇ ਜਨ ਸਹਿਜ ਸੁਭਾਏ, ਤਿਨ ਕੈ ਹਮ ਸਦ ਲਾਗੈ ਪਾਏ। ਜਿਹੜੇ ਮਨੁੱਖ ਗੁਰੂ ਦੇ ਰਾਹੀਂ ਸਿਮਰਨ ਕਰਦੇ ਨੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ, ਆਤਮਿਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ, ਪ੍ਰਭੂ ਪ੍ਰੇਮ ਦੇ ਵਿੱਚ ਜੁੜੇ ਰਹਿੰਦੇ ਨੇ। ਇਸੇ ਕਰਕੇ ਮੈਂ ਸਦਾ ਹੀ ਉਹਨਾਂ ਦੇ ਚਰਨੀ ਲੱਗਦਾ ਹਾਂ। ਤਿਨ ਕੈ ਹਮ ਸਦ ਲਾਗੈ ਪਾਏ। ਜੋ ਮਨ ਰਾਤੇ ਹਰ ਰੰਗ ਲਾਏ। ਜਿਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ ਰੰਗ ਵਰਤ ਕੇ ਆਪਣੇ ਮਨ ਦੇ ਵਿੱਚ ਉਸ ਪ੍ਰੇਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਤਿਨ ਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰਗਾ ਮਿਲੇ ਸੁਭਾਏ ਰਹਾਓ। ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਪ੍ਰੇਮ ਦੀ ਬਰਕਤ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸਦਾ ਹੀ ਟਿਕੇ ਰਹਿੰਦੇ ਨੇ। ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਦੇਖੋ ਦੁਨੀਆ ਦੇ ਬਹੁਤ ਸਾਰੇ ਪਦਾਰਥ ਨੇ ਜਿਨ੍ਹਾਂ ਦਾ ਅਸੀਂ ਸੇਵਨ ਕਰ ਸਕਦੇ ਹਾਂ। ਮਿੱਠੇ ਨੇ, ਕੌੜੇ ਨੇ, ਖੱਟੇ ਨੇ, ਖਾਰੇ ਨੇ, ਕਿੰਨੇ ਹੀ ਪ੍ਰਕਾਰ ਦੇ ਸਵਾਦ ਨੇ। ਅਸੀਂ ਕੁਝ ਵੀ ਖਾ ਲਈਏ, ਉਹਦਾ ਸਵਾਦ ਸਾਡੇ ਮੂੰਹ ਦੇ ਵਿੱਚ ਜਾਂ ਸਾਡੇ ਜ਼ਿਹਨ ਦੇ ਵਿੱਚ ਕੁਝ ਸਮਾਂ ਹੀ ਰਹਿੰਦਾ ਹੈ। ਪਰ ਜੇ ਅਸੀਂ ਗੁਰੂ ਦੇ ਸ਼ਬਦ ਨੂੰ ਚੱਖ ਲਈਏ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਸਵਾਦ ਚੱਖ ਲਈਏ, ਤਾਂ ਉਹ ਸਵਾਦ ਸਦਾ ਲਈ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ। ਕਦੇ ਵੀ ਅਸੀਂ ਉਸ ਸਵਾਦ ਨੂੰ ਫਿਰ ਭੁੱਲਦੇ ਨਹੀਂ, ਸਦਾ ਹੀ ਉਸ ਸਵਾਦ ਦਾ ਆਨੰਦ ਮਾਣਦੇ ਰਹਿੰਦੇ ਹਾਂ। ਬਾਕੀ ਦੇ ਜੋ ਪਦਾਰਥ ਨੇ, ਜਦ ਤੱਕ ਅਸੀਂ ਉਹਨਾਂ ਦਾ ਸੇਵਨ ਕਰੀ ਜਾਵਾਂਗੇ ਉਦੋਂ ਤੱਕ ਹੀ ਉਹਨਾਂ ਦਾ ਸਵਾਦ ਮਾਣਾਂਗੇ। ਜਦੋਂ ਪਦਾਰਥ ਖਤਮ ਹੋ ਗਿਆ, ਅਸੀਂ ਸੇਵਨ ਨਹੀਂ ਕਰ ਰਹੇ ਤੇ ਉਹਦੇ ਸਵਾਦ ਦਾ ਆਨੰਦ ਨਹੀਂ ਮਾਣ ਸਕਦੇ। ਗੁਰੂ ਦਾ ਸ਼ਬਦ ਐਸਾ ਪਦਾਰਥ ਹੈ, ਇੱਕ ਵਾਰੀ ਜੇ ਚੱਖ ਲਈਏ ਤਾਂ ਸਦਾ ਹੀ ਉਹਦਾ ਸਵਾਦ ਅਸੀਂ ਮਾਣਦੇ ਰਹਿੰਦੇ ਹਾਂ। ਕਿਉਂਕਿ ਸ਼ਬਦ ਚੱਖ ਹੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਜਿਹੜੇ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਚੱਖਿਆ, ਉਹ ਪ੍ਰਮਾਤਮਾ ਦੇ ਨਾਮ ਨੂੰ ਸਦਾ ਹੀ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ। ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੈ ਆਪੇ ਦੂਰ। ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਸਦਾ ਹੀ ਹਰ ਥਾਂ ਵਿਆਪ ਰਿਹਾ ਹੈ। ਉਹ ਜੀਵਾਂ ਤੋਂ ਦੂਰ ਵੀ ਹੈ, ਯਾਨੀ ਉਹਨਾਂ ਦੀ ਪਹੁੰਚ ਤੋਂ ਪਰੇ ਵੀ ਹੈ, ਪਰ ਉਹਨਾਂ ਦੇ ਨੇੜੇ ਵੀ ਵਸਦਾ ਹੈ। ਵਸ ਸਾਡੇ ਅੰਦਰ ਰਿਹਾ ਹੈ, ਪਰ ਉਹਦੇ ਤੱਕ ਪਹੁੰਚਣਾ ਇੰਨਾ ਆਸਾਨ ਨਹੀਂ। ਜਿੱਦਾਂ ਦੀਵੇ ਥੱਲੇ ਹਨੇਰਾ ਕਹਿ ਦਿੰਦੇ ਹਾਂ, ਦੀਵੇ ਦਾ ਚਾਨਣ ਹੈ, ਸਾਰੇ ਕਮਰੇ ਨੂੰ ਤੇ ਰੌਸ਼ਨ ਕਰ ਰਿਹਾ ਹੈ, ਪਰ ਆਪਣੇ ਥੱਲੇ ਉਹਦੇ ਹਨੇਰਾ ਹੀ ਹੈ।
ਉੱਥੇ ਨਹੀਂ ਪਹੁੰਚ ਪਾ ਰਿਹਾ। ਸੋ ਉਹ ਪ੍ਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ, ਬਸ ਅਸੀਂ ਪਹੁੰਚ ਨਹੀਂ ਪਾਉਂਦੇ। ਕਈ ਵਾਰ ਪਹੁੰਚ ਕਿਉਂ ਨਹੀਂ ਪਾਉਂਦੇ? ਕਿਉਂਕਿ ਉਸ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਨਹੀਂ ਹੋਈ ਹੁੰਦੀ। ਅਗਲੀਆਂ ਪੰਕਤੀਆਂ ਦੇ ਵਿੱਚ ਇਹ ਗੱਲ ਗੁਰੂ ਜੀ ਸਪਸ਼ਟ ਕਰਦੇ ਨੇ, ਆਖਣ ਆਖੈ ਬਕੈ ਸਭ ਕੋਈ। ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖ ਦਿੰਦਾ ਹੈ, ਕਹਿ ਕੇ ਸੁਣਾ ਦਿੰਦਾ ਹੈ ਕਿ ਪ੍ਰਮਾਤਮਾ ਸਭਨਾਂ ਦੇ ਨੇੜੇ ਵਸਦਾ ਹੈ। ਪਰ ਨੇੜੇ ਵਸਦੇ ਹੋਏ ਨਾਲ ਵੀ ਮਿਲਾਪ ਕਿਵੇਂ ਹੋਵੇ? ਆਪੇ ਬਖਸ਼ ਮਿਲਾਏ ਸੋਈ। ਜਿਸ ਮਨੁੱਖ ਨੂੰ ਉਹ ਪ੍ਰਮਾਤਮਾ ਆਪ ਬਖਸ਼ ਲੈਂਦਾ ਹੈ, ਜਿਹਦੇ ਉੱਪਰ ਉਹ ਪ੍ਰਮਾਤਮਾ ਆਪ ਮਿਹਰ ਕਰਦਾ ਹੈ, ਉਹਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ। ਕਹਿਣਾ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਜ਼ੁਬਾਨੀ ਆਖਣ ਦੇ ਨਾਲ, ਗੱਲਾਂ ਕਰਨ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪ੍ਰਮਾਤਮਾ ਸਾਡੇ ਮਨ ਵਿੱਚ ਆ ਵਸਦਾ ਹੈ ਤੇ ਗੁਰੂ ਸਾਨੂੰ ਪ੍ਰਭੂ ਦੀ ਮਿਹਰ ਦੇ ਨਾਲ ਹੀ ਮਿਲਦਾ ਹੈ। ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਜੋ ਗੁਰਮੁਖ ਹਨ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਨ, ਉਹ ਆਪਣੇ ਅੰਦਰੋਂ ਆਪਣਾ ਆਪਾ ਭਾਵ ਦੂਰ ਕਰ ਲੈਂਦੇ ਨੇ। ਗੁਰੂ ਦੇ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਉਹ ਮਨੁੱਖ ਮਾਇਆ ਦੇ ਮੋਹ ਨੂੰ, ਸੰਸਾਰ ਦੇ ਮੋਹ ਨੂੰ ਆਪਣੇ ਅੰਦਰੋਂ ਮੁਕਾ ਲੈਂਦੇ ਨੇ। ਹਰ ਰੰਗ ਰਾਤੇ ਮੋਹ ਚੁਕਾਏ, ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਹੇ ਨਾਨਕ, ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ। ਪ੍ਰਭੂ ਨਾਮ ਵਿੱਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਵੀ ਹੋ ਜਾਂਦਾ ਹੈ। ਸੋ ਇਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 361ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਅੱਜ ਦੀ ਬਾਣੀ ਦੇ ਵਿੱਚ ਪ੍ਰਮੁੱਖ ਤੌਰ ਤੇ ਜੇਕਰ ਅਸੀਂ ਵੇਖੀਏ ਤਾਂ ਗੁਰੂ ਅਮਰਦਾਸ ਸਾਹਿਬ ਨੇ ਪ੍ਰਮਾਤਮਾ ਤੇ ਗੁਰੂ ਦੀ ਇੱਕ ਬੜੀ ਹੀ ਵਧੀਆ ਜੁਗਲਬੰਦੀ ਸਾਨੂੰ ਕਰਕੇ ਦਿਖਾਈ ਹੈ ਕਿ ਕਿਵੇਂ ਪ੍ਰਮਾਤਮਾ ਤੇ ਗੁਰੂ ਇੱਕ ਹੀ ਸਿੱਕੇ ਦੇ ਦੋ ਪਾਸੇ ਨੇ ਤੇ ਮਨੁੱਖ ਦੇ ਲਈ ਦੋਨੋਂ ਹੀ ਜ਼ਰੂਰੀ ਨੇ। ਪ੍ਰਭੂ ਦੀ ਮਿਹਰ ਹੁੰਦੀ ਹੈ ਤਾਂ ਮਨੁੱਖ ਨੂੰ ਗੁਰੂ ਮਿਲਦਾ ਹੈ, ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਅਸੀਂ ਇੱਥੇ ਇੱਕ ਵਾਰ ਫਿਰ ਕਹਿਣਾ ਚਾਹਾਂਗੇ ਕਿ ਅਸੀਂ ਸਾਰੇ ਹੀ ਭਾਗਾਂ ਵਾਲੇ ਹਾਂ। ਸਾਡੇ ਤੇ ਪ੍ਰਭੂ ਦੀ ਮਿਹਰ ਹੋਈ ਹੈ ਕਿ ਅਸੀਂ ਗੁਰੂ ਦੇ ਲੜ ਲੱਗੇ ਹਾਂ ਤੇ ਗੁਰੂ ਸਾਡੀ ਸਹਾਇਤਾ ਕਰ ਰਿਹਾ ਹੈ ਪ੍ਰਮਾਤਮਾ ਦੇ ਤੱਕ ਪਹੁੰਚਣ ਦੇ ਵਿੱਚ, ਪ੍ਰਮਾਤਮਾ ਦੇ ਨਾਲ ਮਿਲਾਪ ਹੋਣ ਦੇ ਵਿੱਚ। ਆਓ ਆਪਣੇ ਆਪਣੇ ਮਨਾਂ ਦੇ ਵਿੱਚ ਉਸ ਪ੍ਰਮਾਤਮਾ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਈਏ, ਸ਼ੁਕਰੀਆ ਕਰੀਏ ਉਸ ਪ੍ਰਮਾਤਮਾ ਦਾ ਕਿ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਹੈ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਭਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।